सत श्रीकाल दोस्तों, मैं ਤੁਹਾਡਾ अपना गुरमिलाप सिंह डल्ला, मैनेजिंग डायरैक्टर मैक्रो ग्लोबल मोगा ग्रुप ऑफ इंस्टीट्यूट्स एंड इमीग्रेशन सर्विसेज लाइव हो रहा जी। हुण बड़ा भखमा इशू बन चुकिया। गल तो छोटी जी हुई सी पर उन्होंने इस तरीके नाल कही गई कि वह एक इशू बन के सामने आ गया। कई साडे स्टूडेंट्स दे या कई साडे बच्चों के मापियां दे दिल दिमाग के उत्ते वो एक ईगो हर्ट करने वाली गल बन गई, जिहदे करके एक भखमा इशू बन गया। गल कहण वाली भी नहीं सी या कहण दा तरीका गलत हो गया, स्लिप ऑफ टंग हो गई, कुछ भी कहा जा सकता। पर ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੁੰਨੇ ਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਰੂਬਰੂ ਹੁੰਨੇ ਆ ਤਾਂ ਸਾਨੂੰ ਬੋਲਣ ਤੋਂ ਪਹਿਲਾਂ, ਕੋਈ ਵੀ ਚੀਜ਼ ਬੋਲਣ ਤੋਂ ਪਹਿਲਾਂ 10 ਵਾਰੀ ਸੋਚਣੀ ਪਊਗੀ, ਕਿਉਂਕਿ ਇਹ ਚੀਜ਼ ਅੱਗ ਦੀ ਤਰ੍ਹਾਂ ਫੈਲਦੀ ਆ ਲੋਕਾਂ ਤੱਕ ਤੇ ਫਿਰ ਉਨੀ ਹੀ ਸਪੀਡ ਨਾਲ ਸਾਨੂੰ ਉਹਨਾਂ ਚੀਜ਼ਾਂ ਦੇ ਉਸ ਬੋਲੇ ਗਏ ਸ਼ਬਦਾਂ ਦੇ ਰਿਵਰਟਸ ਆਉਂਦੇ ਨੇ। ਸੋ ਜਦੋਂ ਕਦੇ ਵੀ ਬੋਲੋ ਤਾਂ ਬੜਾ ਸੋਚ ਸਮਝ ਕੇ ਬੋਲੋ। मैं कोई खास गल उस विषय के उत्ते उस वीर बारे कोई गल नहीं बोलूँगा, क्योंकि चलो मेरे सीनियर ने सारे मेरे तो वड्डे ने काम करने वाले, पर मैं मेरा फर्ज आ कि मैं उन्होंने वीरां बारे जिहड़े वीर साडे तो 7 समुंदरों पार बैठे ने, जिहड़े मेहनत करते हैं, 10 नोहां दीयां किरतां करते हैं, जिन्हां ने लेबर जॉब करके आपदे फ्यूचर नूं बनाउण दा अज निश्चा कर लिया, आपदे माँ प्यो तो दूर जाके, आपदे वतन तो दूर जाके, आपदे भैणां भाईआं तो दूर जाके उन्हां दा हौसला बनाउण दे लई मैं ये वीडियो अज अपलोड करन लग्या। इहदे पिछे कोई मेरा कारण ये नहीं कि मैं बहुत ज़्यादा सियाणा ते मैं लोकां नूं आपदी कोई सियाणप झाड़न लग्या। तां मैं गल ते आउणा कि न्यूजीलैंड दे विच भेडां चारन जांदे ने साडे बच्चे, ਜਾਂ ਉੱਥੇ ਤੁਸੀਂ ਭੇਡਾਂ ਬੱਕਰੀਆਂ ਹੀ ਚਾਰੋਗੇ। ਬਿਲਕੁਲ ਗਲਤ ਬਿਆਨ ਆ ਜੀ, ਬਿਲਕੁਲ ਸਰਾਸਰ। ਮੈਂ ਇਸ ਨੂੰ ਇਹ ਨਹੀਂ ਕਹੂੰਗਾ ਵੀ ਇਹ ਗਲਤ ਬਿਆਨਬਾਜ਼ੀ ਆ, ਮੈਨੂੰ ਇਹ ਕਹੂੰਗਾ ਕਿ ਤਰੀਕਾ ਗਲਤ ਆ ਕਿਸੇ ਚੀਜ਼ ਨੂੰ ਕਹਿਣ ਦਾ। ਮੈਨੂੰ ਇਹ ਦੱਸ ਦਿਓ, ਜੇ ਨਿਊਜ਼ੀਲੈਂਡ ਦੇ ਵਿੱਚ ਜਾ ਕੇ ਤੁਸੀਂ ਭੇਡਾਂ ਚਾਰਦੇ ਹੋ ਤਾਂ ਕਹਿਣ ਦਾ ਮਤਲਬ ਇਹ ਸੀ ਵੀ ਚਲੋ ਲੇਬਰ ਜੌਬਸ ਆ। ਡੀਸੀ ਕਿਹੜਾ ਮੁਲਕ ਲਾਉਂਦਾ ਸਾਨੂੰ ਜਾਣ ਸਰ, ਉਹ ਮੁਲਕ ਦੱਸ ਦਿਓ, ਅਸੀਂ ਉਸ ਮੁਲਕ ਦੇ ਵਿੱਚ ਆਪਦੇ ਬੱਚਿਆਂ ਨੂੰ ਭੇਜਣਾ ਸ਼ੁਰੂ ਕਰ ਦਿਆਂਗੇ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਕੋਈ ਹੋਰ ਮੁਲਕ ਦੱਸ ਦਿਓ ਜਿੱਥੇ ਸਿੱਧਾ ਜਾਨਸਰ ਬੱਚਾ ਡੀਸੀ ਲੱਗਦਾ। ਕਿਤੇ ਵੀ ਨਹੀਂ ਲੱਗਦਾ। ਹਰ ਜਗ੍ਹਾ ਜਾ ਕੇ ਸਾਨੂੰ ਜਿਹੜੀ ਸ਼ੁਰੂਆਤ ਆ ਉਹ ਲੇਬਰ ਜੌਬਸ ਤੋਂ ਕਰਨੀ ਪੈਂਦੀ ਹੈ ਤੇ ਸਾਨੂੰ ਬੜੀ ਖੁਸ਼ੀ ਨਾਲ, ਮੈਂ ਖੁਦ ਕੈਨੇਡੀਅਨ ਪਰਮਾਨੈਂਟ ਐਜ਼ ਏ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ 2012 ਦੇ ਵਿੱਚ ਮੈਂ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਹੋ ਕੇ ਗਿਆ। ਪਹਿਲੇ 6 ਮਹੀਨੇ ਮੇਰਾ ਕੰਮ ਫੈਕਟਰੀ ਦੇ ਵਿੱਚ ਗਾਰਬੇਜ ਕਲੀਨ ਕਰਨਾ ਸੀ। ਜੋ ਫੈਕਟਰੀ ਦਾ ਸਾਰਾ ਗੰਦ ਇੱਕ ਡਸਟਬਿਨ ਦੇ ਵਿੱਚ ਇਕੱਠਾ ਹੁੰਦਾ ਸੀ, ਮੇਰਾ ਕੰਮ ਸੀ ਉਹਨਾਂ ਡਸਟਬਿਨ ਨੂੰ ਕਲੀਅਰ ਕਰਨਾ, ਸਾਫ਼ ਕਰਨਾ। ਸਾਰਾ ਦਿਨ ਮੈਂ ਜਾਂ ਰਾਤ ਨੂੰ ਜਦੋਂ ਮੇਰੀ ਡਿਊਟੀ ਹੁੰਦੀ ਸੀ, ਮੈਂ ਸਿਰਫ ਗਾਰਬੇਜ ਕਲੀਨ ਕਰਦਾ ਸੀ ਪਹਿਲੇ 6 ਮਹੀਨੇ। ਦੇਖੋ ਇਹ ਸਿਸਟਮ ਹੀ ਇਹ ਇਸੇ ਤਰੀਕੇ ਨਾਲ ਹੀ ਕੰਮ ਸ਼ੁਰੂਆਤ ਹੁੰਦੀ ਹੈ, ਇਸੇ ਤਰੀਕੇ ਨਾਲ ਹੀ ਸ਼ੁਰੂਆਤ ਕੀਤੀ ਜਾਂਦੀ ਹੈ, ਇਸੇ ਤਰੀਕੇ ਨਾਲ ਹੀ ਸ਼ੁਰੂਆਤ ਹੁੰਦੀ ਹੈ ਸਾਡੀ ਜ਼ਿੰਦਗੀ ਦੀ। ਪਰ ਮੈਂ ਕੁਝ ਐਗਜ਼ਾਮਪਲਾਂ ਲੈ ਕੇ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਆ। ਮੇਰੇ ਵੀਰਾਂ ਨੇ ਜਿਹੜਾ ਰਿਸਪੌਂਡ ਕੀਤਾ, ਕੱਲ ਪਰਸੋਂ ਮੈਨੂੰ ਇੱਕ ਕਿਸੇ ਬੰਦੇ ਨੇ ਵੀਡੀਓ ਭੇਜੀ ਕਿ ਫੋਨ ਕਰਕੇ ਆਫਿਸ ਦੇ ਵਿੱਚ ਗਾਲਾਂ ਵੀ ਕੱਢੀਆਂ ਗਈਆਂ, ਗਾਂ ਕਿਸੇ ਕੁੜੀ ਕਾਉਂਸਲਰ ਨੇ ਫੋਨ ਚੁੱਕਿਆ। ਦੇਖੋ ਮੈਂ ਇਸ ਚੀਜ਼ ਦੀ ਘੜੀ ਨਿੰਦਾ ਕਰਦਾ ਵੀਰੋ। ਦੇਖੋ ਜਿਹੜਾ ਰਿਸਪੌਂਡ ਹੁੰਦਾ ਨਾ, ਜਦੋਂ ਤੁਸੀਂ ਕਿਸੇ ਚੀਜ਼ ਤੇ ਰਿਐਕਟ ਕਰਨਾ, ਰਿਐਕਟ ਤੇ ਰਿਸਪੌਂਡ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ। ਕਿਸੇ ਚੀਜ਼ ਨੂੰ ਤੱਥਾਂ ਦੇ ਆਧਾਰ ਤੇ ਰਿਸਪੌਂਡ ਕਰੋ। ਤੁਸੀਂ ਪੜ੍ਹੇ ਲਿਖੇ ਯੰਗਸਟਰ ਹੋ, ਆਪਾਂ ਜਿਹੜੀ ਚੀਜ਼ ਆਪਦੀ ਮਾਂ ਭੈਣ ਧੀ ਕੋ ਦੇ ਸਾਹਮਣੇ ਜੇ ਸ਼ਬਦਾਂ ਦਾ ਪ੍ਰਯੋਗ ਨਹੀਂ ਕਰ ਸਕਦੇ ਤੇ ਉਹ ਸਾਨੂੰ ਕਿਸੇ ਦੀ ਮਾਂ ਭੈਣ ਧੀ ਅੱਗੇ ਵੀ ਨਹੀਂ ਕਰਨਾ ਚਾਹੀਦਾ। ਉਸ ਚੀਜ਼ ਦੀ ਕੜੀ ਨਿੰਦਿਆ ਕਰਦਾ। ਪਰ ਹਾਂ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਤੁਸੀਂ ਹਰਟ ਹੋਏ ਹੋ ਜਾਂ ਤੁਹਾਡੀ ਫੀਲਿੰਗ ਹਰਟ ਹੋਈਆਂ, ਤਾਂ ਮੈਂ ਇੱਕ ਚੀਜ਼ ਇਹ ਕਹਿਣੀ ਚਾਹੁੰਦਾ ਕਿ ਹਰਟ ਨਹੀਂ ਹੋਣਾ, ਹੌਸਲਾ ਨਹੀਂ ਛੱਡਣਾ। ਸ਼ੁਰੂਆਤ ਇੱਥੋਂ ਹੀ ਹੁੰਦੀ ਆ, ਸ਼ੁਰੂਆਤ ਲੇਬਰ ਜੌਬਸ ਤੋਂ ਹੀ ਹੁੰਦੀ ਆ। ਸ਼ੁਰੂਆਤ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਅਸੀਂ ਇਸ ਲੈਵਲ ਦੇ ਕਿੱਤਿਆਂ ਤੋਂ ਹੀ ਹੁੰਦੀ ਆ। ਭਾਵੇਂ ਉਹ ਤੁਸੀਂ ਕੈਨੇਡਾ ਚਲੇ ਜਾਓ, ਭਾਵੇਂ ਤੁਸੀਂ ਅਮਰੀਕਾ ਚਲੇ ਜਾਓ, ਭਾਵੇਂ ਤੁਸੀਂ ਨਿਊਜ਼ੀਲੈਂਡ ਚਲੇ ਜਾਓ, ਭਾਵੇਂ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਚਲੇ ਜਾਓ, ਜਿਹੜੀ ਤੁਹਾਡੀ ਸ਼ੁਰੂਆਤੀ ਜੌਬਸ ਹੋਣਗੀਆਂ ਉਹ ਇਹੀ ਹੋਣਗੀਆਂ। ਪਰ ਗੱਲ ਇਹ ਨਹੀਂ ਹੁੰਦੀ ਕਿ ਤੁਸੀਂ ਅੱਜ ਕਿੱਥੇ ਹੋ, ਗੱਲ ਇਹ ਆ ਤੁਹਾਡਾ ਨਿਸ਼ਾਨਾ ਕੀ ਹੈ ਤੇ ਤੁਸੀਂ ਪਹੁੰਚਣਾ ਕਿੱਥੇ ਆ। ਠੀਕ ਹੈ ਜੀ। ਮੈਂ ਹੁਣ ਸਿੰਪਲ ਐਗਜ਼ਾਮਪਲ ਦੇਣੀ ਚਾਹੁੰਦਾ ਤੁਹਾਨੂੰ ਕਿ ਇੱਕ ਪੈਟਰੋਲ ਪੰਪ ਤੇ ਮੁਨੀਮੀ ਦਾ ਕੰਮ ਕਰਨ ਵਾਲਾ ਬੰਦਾ ਏਸ਼ੀਆ ਦੀ ਸਭ ਤੋਂ ਵੱਡੀ ਰਿਫਾਈਨਰੀ ਦਾ ਮਾਲਕ ਬਣਿਆ। ਕਿਸੇ ਸਮੇਂ ਤੇ ਉਹ ਇੱਕ ਪੈਟਰੋਲ ਪੰਪ ਦੇ ਉੱਤੇ ਐਜ਼ ਏ ਮੁਨੀਮ ਜੌਬ ਕਰਦਾ ਸੀ। ਉਹ ਉਦੋਂ ਮੁਨੀਮ ਜੌਬ ਕਰਦਾ ਸੀ, ਉਹ ਮੈਟਰ ਨਹੀਂ ਕਰਦੀ। ਉਹ ਬਾਅਦ 'ਚ ਰਿਫਾਈਨਰੀ ਦਾ ਮਾਲਕ ਬਣ ਗਿਆ, ਉਹ ਦੁਨੀਆ ਦੇ ਸਭ ਤੋਂ ਵੱਧ ਅਮੀਰ ਲੋਕਾਂ ਦੇ ਵਿੱਚ ਉਹਦਾ ਨਾਂ ਆ ਗਿਆ, ਉਹ ਮੈਟਰ ਕਰਦਾ। ਘਰ ਘਰ ਜਾ ਕੇ ਮਸਾਲੇ ਵੇਚਣ ਵਾਲਾ, ਟਾਂਗੇ ਦੇ ਉੱਤੇ ਮਸਾਲੇ ਵੇਚਣ ਵਾਲਾ ਇੱਕ ਬਜ਼ੁਰਗ ਇੰਡੀਆ ਦੀ ਸਭ ਤੋਂ ਟੌਪ ਲੈਵਲ ਦੀ, ਵਰਲਡ ਦੀ ਟੌਪ ਲੈਵਲ ਦੀ ਮਸਾਲਿਆਂ ਦੀ ਕੰਪਨੀ ਦਾ ਮਾਲਕ ਬਣ ਗਿਆ।
ਇਹ ਚੀਜ਼ ਮੈਟਰ ਕਰਦੀ ਆ ਯਾਰ। ਆਪਾਂ ਲੋਕਾਂ ਦੀ ਕਿਉਂ ਗੱਲ ਕਰੋ, ਮੈਂ ਆਪਦੀ ਗੱਲ ਕਰਦਾ ਤੁਹਾਡੇ ਨਾਲ। ਇੱਕ ਚਲੋ ਮੇਰੀ ਐਗਜ਼ਾਮਪਲ ਸਿਰਫ ਛੋਟੀ ਜਿਹੀ ਐਗਜ਼ਾਮਪਲ ਆ ਕਿ ਮੈਂ 2006 ਦੇ ਵਿੱਚ ਇੱਕ ਆਇਲਸ ਇੰਸਟੀਚਿਊਟ ਦੇ ਵਿੱਚ ਐਜ਼ ਆ ਆਫਿਸ ਬॉय ਕੰਮ ਕਰਦਾ ਸੀ 4500 ਰੁਪਏ ਦੇ ਵਿੱਚ। ਗੱਲ ਇਹ ਨਹੀਂ ਹੈ, ਕੰਮ ਇਨੀਸ਼ੀਅਲੀ ਕੰਮ ਸਿੱਖਣ ਦੇ ਲਈ ਸਾਨੂੰ ਕੋਈ ਵੀ ਜੌਬ ਕਰਨੀ ਪੈ ਸਕਦੀ ਹੈ। ਕੰਮ ਕੋਈ ਛੋਟਾ ਵੱਡਾ ਨਹੀਂ, ਇਨਸਾਨ ਦੀ ਸੋਚ ਆ। ਤੁਸੀਂ ਉਸ ਸਮੇਂ ਤੇ ਕੰਮ ਸਿੱਖਣ ਦੇ ਲਈ ਜੇ ਅੱਜ ਤੁਸੀਂ ਭੇਡਾਂ ਚਾਰਦੇ ਹੋ ਨਾ, ਤਾਂ ਮੈਂ ਕਹਿਣਾ ਚਾਹੁੰਦਾ ਤੇ ਕੱਲ ਨੂੰ ਅਸੀਂ ਭੇਡਾਂ ਪਾਲਾਂਗੇ। ਜੇ ਉੱਥੇ 40 ਕਰੋੜ ਭੇਡਾਂ ਨੇ, ਇਟ ਮੀਨਸ ਉਹ ਬਹੁਤ ਵੱਡਾ ਹਿਊਜ ਰੈਵਨਿਊ ਹੋਊਗਾ ਉਸ ਕੰਟਰੀ ਨੂੰ, ਉਸ ਬਿਜ਼ਨਸ ਦੇ ਉੱਤੋਂ। ਭੇਡਾਂ ਨੂੰ ਪਾਲ ਲੈਣਾ, ਗਾਵਾਂ ਨੂੰ ਪਾਲ ਲੈਣਾ, ਬੱਕਰੀਆਂ ਪਾਲ ਲੈਣਾ ਜਾਂ ਘੋੜੇ ਪਾਲ ਲੈਣਾ, ਇਹ ਕੋਈ ਮਾੜਾ ਬਿਜ਼ਨਸ ਥੋੜੀ ਆ। ਪਰ ਸਿੱਧਾ ਜਾ ਕੇ ਬਿਜ਼ਨਸ ਥੋੜੀ ਮਿਲਦੇ ਨੇ, ਪਹਿਲਾਂ ਕੰਮ ਸਿੱਖਣਾ ਪੈਂਦਾ ਸਾਨੂੰ। ਪਹਿਲਾਂ ਸਾਨੂੰ ਕੰਮ ਸਿੱਖਣਾ ਪੈਂਦਾ। ਸਿੱਖਦੇ ਕਿਵੇਂ ਆ? ਕਿਸੇ ਜਗ੍ਹਾ ਦੇ ਉੱਤੇ ਇੰਪਲੋਈ ਲੱਗ ਕੇ। ਜੇ ਅੱਜ ਭੇਡਾਂ ਚਾਰਾਂਗੇ ਤਾਂ ਕੱਲ ਨੂੰ ਅਸੀਂ ਭੇਡਾਂ ਪਾਲਾਂਗੇ ਵੀ। ਠੀਕ ਹੈ ਜੀ। ਸੋ ਬਾਕੀ ਮੈਂ ਇਹ ਦੱਸਣਾ ਹੀ ਚਾਹੁੰਦਾ ਕਿ ਐਸੀ ਕੋਈ ਗੱਲ ਨਹੀਂ ਹੈ। ਉਹਦੇ ਪਿੱਛੇ ਕਾਰਨ ਕੀ ਬਣਿਆ, ਮੈਂ ਸਿਰਫ ਇੰਨਾ ਕਹੂੰਗਾ। ਮੈਂ ਆਪਦੇ ਉਸ ਵੀਰ ਨੂੰ, ਮੈਂ ਆਪਦੀ ਵੀ ਇਹ ਗੱਲ ਕਰੂੰਗਾ ਕਿ ਜਦੋਂ ਅਸੀਂ ਕੋਈ ਸੋਸ਼ਲ ਮੀਡੀਆ ਤੇ ਪਾਉਂਦੇ ਹਾਂ ਤਾਂ ਸਾਨੂੰ ਲੋਕ ਸੁਣਦੇ ਨੇ। ਅਸੀਂ ਬੋਲਣ ਵੇਲੇ ਇਹ ਧਿਆਨ 'ਚ ਰੱਖੀਏ ਵੀ ਕਿਸੇ ਇਨਸਾਨ ਦੀਆਂ ਭਾਵਨਾਵਾਂ ਨੂੰ ਸੱਟ ਨਾ ਵੱਜੇ। ਕੱਲੀਆਂ ਭਾਵਨਾਵਾਂ ਉਹਨਾਂ ਬੱਚਿਆਂ ਦੀਆਂ ਹਰਟ ਨਹੀਂ ਹੋਈਆਂ, ਜਿਹੜੇ ਮਾਂ ਪਿਓ, ਜਿਹੜੀ ਮਾਂ ਨੇ ਆਪਦੀ 15 ਚੋਂ ਪੈਸੇ ਬਚਾ ਕੇ ਆਪਦੇ ਪੁੱਤ ਦੇ ਬਾਹਰ ਜਾਣ ਦੇ ਵਿੱਚ ਖਰਚੇ, ਜਿਹੜੇ ਪਿਓ ਦਾ ਟਰੈਕਟਰ, ਜਿਹੜੇ ਪਿਓ ਦੀ ਨਿਆਈ ਵਾਲੀ ਜ਼ਮੀਨ ਅੱਜ ਵੀ ਆੜਤੀਏ ਕੋਲੇ ਜਾਂ ਬੈਂਕ ਕੋਲੇ ਗਹਿਣੇ ਪਈ ਆ ਉਹਦੇ ਬੱਚੇ ਨੂੰ ਬਾਹਰ ਭੇਜਣ ਦੇ ਵਿੱਚ, ਤੇ ਉਹ ਇਸ ਆਸ ਦੇ ਵਿੱਚ ਬੈਠਾ ਕਿ ਮੇਰਾ ਪੁੱਤ ਨਿਊਜ਼ੀਲੈਂਡ ਚਲਿਆ ਗਿਆ ਜਾਂ ਮੇਰੀ ਧੀ ਨਿਊਜ਼ੀਲੈਂਡ ਚਲੀ ਗਈ, ਅੱਜ ਉਹ ਕਮਾਈਆਂ ਕਰਕੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੂਗੀ। ਉਹਦੀਆਂ ਕਿਤੇ ਨਾ ਕਿਤੇ ਜਾ ਕੇ ਫੀਲਿੰਗ ਹਰਟ ਹੋ ਜਾਂਦੀਆਂ ਇਹਨਾਂ ਚੀਜ਼ਾਂ ਦੇ ਨਾਲ। ਅਸੀਂ ਹੌਸਲਾ ਦੇਣਾ, ਅਸੀਂ ਬੱਚਿਆਂ ਨੂੰ ਸਹੀ ਰਾਹ ਪਾਉਣਾ। ਜੇ ਤੁਹਾਨੂੰ ਲੱਗਦਾ ਨਾ ਵੀ ਬੱਚੇ ਉੱਥੇ ਆਹ ਤਰੀਕੇ ਨਾਲ ਗਲਤ ਆ, ਤੇ ਉਹਨੂੰ ਆਪਾਂ ਉਸ ਹੋਰ ਨਵੇਂ ਤਰੀਕੇ ਨਾਲ ਉਹਨੂੰ ਸਹੀ ਕਰ ਸਕਦੇ ਹਾਂ। ਆਪਾਂ ਸਹੀ ਤਰੀਕਾ ਦੱਸੀਏ, ਗਲਤ ਤਰੀਕਾ ਆਪਾਂ ਨੂੰ ਬਹੁਤ ਵੱਡੇ ਤਰੀਕੇ ਨਾਲ ਮਜ਼ਾਕੀਏ ਲਹਿਜ਼ੇ ਨਾਲ ਪ੍ਰਮੋਟ ਕਰਨ ਦੀ ਲੋੜ ਨਹੀਂ ਹੈ ਕੋਈ। ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ। ਬਾਕੀ ਮੈਂ ਤਾਂ ਅੰਕੜੇ ਕੱਢ ਕੇ ਬੈਠਾ ਜੀ। ਨਿਊਜ਼ੀਲੈਂਡ ਦੇ ਵਿੱਚ 1.5 ਲੱਖ ਇੰਡੀਅਨ ਬੈਠਾ ਜੀ ਇਸ ਵਕਤ। ਨਿਊਜ਼ੀਲੈਂਡ ਦੇ ਵਿੱਚ ਇਸ ਵਕਤ 1.5 ਲੱਖ ਇੰਡੀਅਨ ਬੈਠਾ। ਮੈਂ ਇਕੱਲੇ ਪੰਜਾਬੀ ਦੀ ਨਹੀਂ ਗੱਲ ਕਰਦਾ, 1.5 ਲੱਖ ਇੰਡੀਅਨ ਬੈਠਾ। ਛੋਟੀ ਜਿਹੀ ਆਬਾਦੀ ਵਾਲਾ ਦੇਸ਼ ਆ, ਬੜਾ ਹੀ ਆਰਗੇਨਾਈਜ਼ਡ, ਵੈਲ ਆਰਗੇਨਾਈਜ਼ਡ ਮੁਲਕ ਆ। ਅਮਰਿੰਦਰ ਸਿੰਘ ਹੁਣੀ ਉੱਥੇ 2008 ਦੇ ਵਿੱਚ ਪੁਲਿਸ ਆਫੀਸਰ ਬਣੇ ਆ, ਪਹਿਲਾ ਗੁਰਸਿੱਖ ਪੁਲਿਸ ਆਫੀਸਰ ਬਣਿਆ। ਉਸ ਤੋਂ ਬਾਅਦ ਨਿਊਜ਼ੀਲੈਂਡ ਗਵਰਨਮੈਂਟ ਨੇ ਸਾਨੂੰ ਪੱਗ ਬੰਨ੍ਹ ਕੇ ਜੌਬ ਕਰਨ ਦੀ ਸਾਨੂੰ ਅਲਾਓ ਕਰਤਾ। ਸਹੀ ਹੈ ਨਾ ਜੀ, ਸਾਨੂੰ ਪੱਗ ਬੰਨ੍ਹ ਕੇ ਅਲਾਓ ਕਰਤਾ ਨਾ ਸਾਨੂੰ ਜੌਬ ਕਰਨਾ, ਸਾਡੇ ਅਮਰਿੰਦਰ ਸਿੰਘ ਕਰਕੇ। ਉਸ ਤੋਂ ਬਾਅਦ ਜੇ ਮੈਂ ਦੀਪ ਕਮਲ ਦੀ ਗੱਲ ਕਰਾਂ, ਇੱਥੋਂ ਆਹ ਨਾਲ ਹੀ ਸ਼ਾਹਕੋਟ ਦੀ ਕੁੜੀ ਸੀਗੀ, ਹੁਣੇ ਪੁਲਿਸ ਦੇ ਵਿੱਚ ਭਰਤੀ ਹੋਈ ਹੈ। ਡੈਡੀ ਉਹਦਾ ਟਰੱਕ ਡਰਾਈਵਰ ਆ, ਬੜਾ ਵੱਡਾ ਨਾਮ ਨਾ ਖੱਟਿਆ। ਠੀਕ ਹੈ ਜੀ। ਐਮਪੀਜ਼ ਨੇ ਸਾਡੇ ਕਨਵਲਜੀਤ ਸਿੰਘ ਹੁਣੀ ਐਮਪੀ ਨੇ, ਆਪਣਾ ਵੀਰਪਾਲ ਸਿੰਘ ਹੁਣੀ ਸਿੱਖ ਸਕਾਲਰ ਹੋਏ ਨੇ ਬਹੁਤ ਤਕੜੇ। ਸੁਖੀ ਟਰਨਰ ਫਾਰਮਰ ਮੇਅਰ ਰਿਹਾ ਆਪਣਾ। ਉਸ ਤੋਂ ਬਾਅਦ ਇਸ਼ ਸੋਢੀ ਕ੍ਰਿਕਟਰ ਰਿਹਾ ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਉਹ। ਪਰਮਜੀਤ ਕੌਰ ਪਰਮਾਰ ਹੁਣੇ 121 ਜਿਹੜੀ ਆਪਣੀ ਉਹਨਾਂ ਦੀ ਮੈਂਬਰ ਪਾਰਲੀਮੈਂਟ ਸੀਗੇ, ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਵਿੱਚੋਂ ਕੀ ਕਹਿੰਦੇ ਹੁੰਦੇ ਆ, ਪਰਮਾਰ ਹੁਣੇ ਚੁਣੀ ਗਈ ਆ ਐਮਪੀ। ਦੇਖੋ ਗੱਲ ਇਹ ਨਹੀਂ ਹੁੰਦੀ ਕਿ ਤੁਸੀਂ ਅੱਜ ਕਿੱਥੇ ਹੋ, ਗੱਲ ਇਹ ਆ ਕਿ ਤੁਸੀਂ ਸੁਪਨਾ ਕੀ ਦੇਖ ਕੇ ਆਏ ਹੋ। ਤੁਸੀਂ ਉਸ ਚੀਜ਼ ਨਾਲ ਸਟਿਕ ਰਹੋ, ਤੁਸੀਂ ਉਸ ਚੀਜ਼ ਨਾਲ ਜੁੜੇ ਰਹੋ। ਲੋਕ ਕੀ ਕਹਿੰਦੇ ਨੇ, ਲੋਕ ਕੀ ਬੋਲਦੇ ਨੇ, ਇਹਨਾਂ ਚੀਜ਼ਾਂ ਬਾਰੇ ਨਾ ਸੋਚੋ। ਤੁਸੀਂ ਇਸ ਚੀਜ਼ ਬਾਰੇ ਸੋਚੋ ਵੀ ਤੁਸੀਂ ਕਿੱਥੇ ਹੋ ਤੇ ਕਿੱਥੇ ਪਹੁੰਚਣਾ, ਤੇ ਪਹੁੰਚ ਕੇ ਦਿਖਾਓ ਦੁਨੀਆ ਨੂੰ। ਜਿਹੜੀ ਸਮੇਂ ਦੀ ਚਪੇੜ ਹੁੰਦੀ ਆ ਨਾ ਵੀਰੋ, ਉਹ ਖੜਕਾ ਨਹੀਂ ਕਰਦੀ, ਪਰ ਨਿਸ਼ਾਨ ਸਾਰੀ ਜ਼ਿੰਦਗੀ ਰਹਿ ਜਾਂਦੇ ਆ। ਉਹ ਚਪੇੜ ਮਾਰੋ। ਜਿਹੜੇ ਲੋਕ ਜਿਨ੍ਹਾਂ ਦੀਆਂ, ਜਿਹੜੇ ਤੁਹਾਡੇ ਬਾਰੇ ਇਹ ਚੀਜ਼ ਸੋਚਦੇ ਸੀ ਜਾਂ ਇਹ ਚੀਜ਼ ਸੋਚ ਰਹੇ ਵੀ ਤੁਸੀਂ ਉੱਥੇ ਜਾ ਕੇ ਜਾਂ ਕੁਝ ਬਣ ਨਹੀਂ ਸਕਦੇ ਜਾਂ ਬਣ ਸਕੋਗੇ ਨਹੀਂ। ਸੋ ਵੀਰੋ, ਮੈਂ ਸਿਰਫ ਇੰਨੀ ਕੀ ਗੱਲ ਹੀ ਕਹਿਣਾ ਚਾਹੁੰਦਾ ਕਿ ਸਟਾਰਟਿੰਗ ਇਹਨਾਂ ਚੀਜ਼ਾਂ ਤੋਂ ਹੀ ਹੋਣੀ ਆ। ਸਟਾਰਟਿੰਗ ਇਹਨਾਂ ਚੀਜ਼ਾਂ ਤੋਂ ਕਰਕੇ ਹੀ ਅੱਗੇ ਵਧ ਰਹੇ ਆ। ਤੁਸੀਂ ਵਧ ਰਹੇ ਆ, ਸਾਨੂੰ ਪਤਾ ਇਸ ਚੀਜ਼ ਦਾ। ਟਿਕਟਾਂ ਲੈ ਕੇ ਭਰ ਰਹੇ ਮੇਲੇ, ਟਿਕਟਾਂ ਲੈ ਕੇ ਭਰ ਰਹੇ ਪੰਜਾਬੀ ਸਿੰਗਰਾਂ ਦੇ ਸ਼ੋਅ, ਚੰਗੀਆਂ ਗੱਡੀਆਂ, ਮਹਿੰਗੀਆਂ ਨੰਬਰ ਪਲੇਟਾਂ, ਚੰਗੇ ਕੱਪੜੇ, ਚੰਗੇ ਬ੍ਰਾਂਡ, ਮਾਂ ਪਿਓ ਨੂੰ ਮਗਰ ਚੰਗੇ ਫੋਨ, ਚੰਗੀਆਂ ਚੀਜ਼ਾਂ, ਚੰਗੇ ਰਹਿਣ ਸਹਿਣ ਜੇ ਤੁਸੀਂ ਪ੍ਰੋਵਾਈਡ ਕੀਤੇ, ਉਹਦਾ ਕਾਰਨ ਸਿਰਫ ਇਹ ਬਣਿਆ ਕਿ ਤੁਸੀਂ ਉੱਥੇ ਜਾ ਕੇ ਮਿਹਨਤਾਂ ਕਰਕੇ ਕਾਮਯਾਬ ਹੋਏ ਹੋ। ਸੋ ਮੈਂ ਤੁਹਾਡਾ ਇਸ ਚੀਜ਼ ਨੂੰ ਲੈ ਕੇ ਹਮੇਸ਼ਾ ਸਪੋਰਟ ਕਰੂੰਗਾ ਜੀ। ਮੇਰੀ ਇਹ ਕੋਸ਼ਿਸ਼ ਰਹੂਗੀ ਕਿ ਮੈਂ ਹਮੇਸ਼ਾ ਤੁਹਾਡਾ ਕਦੇ ਵੀ ਕਿਸੇ ਵੀ ਆਪਦੇ ਉਸ ਵੀਰ ਦਾ, ਉਸ ਪੰਜਾਬੀ ਨੌਜਵਾਨ ਦਾ, ਉਸ ਪੰਜਾਬੀ ਭੈਣ ਦਾ ਜਿਹੜੀ ਆਪ 7 ਸਮੁੰਦਰੋਂ ਪਾਰ ਮਿਹਨਤ ਕਰਨ ਦੇ ਲਈ ਗਈ ਆ, ਉਹਦਾ ਮੋਰਲ ਨਾ ਡਾਊਨ ਹੋਣ ਦੇਵਾਂ। ਕਿਉਂਕਿ ਜੇ ਗੱਲ ਇਹ ਕੀਤੀ ਜਾਊਗੀ ਨਾ ਵੀ ਯਾਰ ਤੂੰ ਤੇ ਮੈਂ ਤਾਂ ਇੰਡੀਆ 'ਚ ਕਾਮਯਾਬ ਹੋ ਗਏ, ਇੰਡੀਆ ਨੂੰ ਵਰਲਡ ਦਾ ਸਭ ਤੋਂ ਵੱਧ ਕਰਪਟ ਮੁਲਕ ਕਿਹਾ ਜਾਂਦਾ, ਇੰਡੀਆ ਨੂੰ ਵਰਲਡ ਦਾ ਸਭ ਤੋਂ ਵੱਧ ਇਹ ਕਿਹਾ ਜਾਂਦਾ ਸਭ ਤੋਂ ਘੱਟ ਅਪਰਚੁਨਿਟੀਜ਼ ਆ, ਨਿਊਜ਼ੀਲੈਂਡ ਤਾਂ ਇੱਕ ਬੜਾ ਹੀ ਵਿਕਸਿਤ ਦੇਸ਼ ਆ,
ਉੱਥੇ ਜਾ ਕੇ ਤਾਂ ਤੁਸੀਂ ਕਾਮਯਾਬ, ਜਿਹੜੇ ਸਾਡੇ ਨਾਲੋਂ ਪੜ੍ਹੇ ਲਿਖੇ ਬੱਚੇ, ਸਾਡੇ ਨਾਲੋਂ ਇੰਟੈਲੀਜੈਂਟ, ਜੇ ਸਾਡੇ ਵਰਗੇ ਬੰਦੇ ਸਾਡੇ, ਮੈਂ ਤੇਰੀ ਤੇ ਮੈਂ ਆਪਦੀ ਗੱਲ ਕਰਦਾ ਵੀਰਾ, ਆਪਣੇ ਦੋਨਾਂ ਵਰਗੇ ਨਲਾਇਕ ਬੰਦੇ ਜੇ ਇੰਡੀਆ ਦੇ ਵਿੱਚ ਕਾਮਯਾਬ ਹੋ ਸਕਦੇ ਆ ਨਾ, ਤਾਂ ਜਿਹੜੇ ਸਾਡੇ ਵੀਰ ਸਾਡੇ ਭੈਣਾਂ ਪੜ੍ਹ ਲਿਖ ਕੇ ਨਿਊਜ਼ੀਲੈਂਡ ਪਹੁੰਚੇ ਨੇ ਉਹ ਕਿਉਂ ਨਹੀਂ ਕਾਮਯਾਬ ਹੋਣਗੇ। ਸਟਾਰਟਿੰਗ ਦੀ ਗੱਲ ਨਾ ਕਰੋ, ਸਟਾਰਟਿੰਗ ਉੱਥੋਂ ਹੀ ਕਰਨੀ ਪੈਣੀ ਆ। ਹਰੇਕ ਬੰਦੇ ਨੂੰ ਪਹਿਲਾ ਸਟੈਪ ਬਾਈ ਸਟੈਪ ਤੁਸੀਂ ਉੱਤੇ ਚੜੋਗੇ। ਅਸੀਂ ਵੀ ਸਟੈਪ ਬਾਈ ਸਟੈਪ ਉੱਤੇ ਚੜ੍ਹੇ ਆ। ਜੇ ਮੈਂ ਇੰਡੀਆ 'ਚ ਰਹਿ ਕੇ ਮੈਂ ਤੁਹਾਨੂੰ ਗੱਲ ਕਰਦਾ, ਮੈਂ ਆਫਿਸ ਬॉय ਤੋਂ ਸ਼ੁਰੂ ਕਰਕੇ ਜੇ ਅੱਜ ਆਇਲਸ ਇੰਸਟੀਚਿਊਟ ਦਾ ਮਾਲਕ ਬਣ ਕੇ ਤੁਹਾਡੇ ਨਾਲ ਫੇਸਬੁੱਕ ਤੇ ਬੈਠ ਕੇ ਗੱਲਾਂ ਕਰ ਰਹੇ ਹਾਂ, ਤਾਂ ਚਲੋ ਇੱਕ ਛੋਟੀ ਜਿਹੀ ਤਰੱਕੀ ਆ, ਪਰ ਹੈ ਤਾਂ ਹੈ ਨਾ। ਇਸ ਲਈ ਆਪਾਂ ਸਭ ਤੋਂ ਵੱਡਾ ਆਪਣਾ ਜਿਹੜਾ ਕੋਸ਼ਿਸ਼ ਹੋਣੀ ਚਾਹੀਦੀ ਹੈ, ਸਭ ਤੋਂ ਵੱਡਾ ਸਾਡਾ ਜਿਹੜਾ ਜ਼ੋਰ ਹੋਣਾ ਚਾਹੀਦਾ, ਸਿਰਫ ਇਹ ਚੀਜ਼ ਤੇ ਹੋਣਾ ਚਾਹੀਦਾ ਵੀ ਆਪਾਂ ਮਿਹਨਤ ਕਰਨੀ ਆ। ਅਸੀਂ ਸਿਰਫ ਮਿਹਨਤ ਕਰਨੀ ਆ। ਅਸੀਂ ਲੋਕਾਂ ਨੂੰ ਜਵਾਬ ਦੇਣ ਦੇ ਵਿੱਚ, ਲੋਕਾਂ ਨੂੰ ਜਵਾਬਦੇਹ ਨਹੀਂ ਆ, ਆਨਸਰੇਬਲ ਨਹੀਂ ਆ। ਦੁਨੀਆ ਕੀ ਕਹਿੰਦੀ, ਉਸ ਨਨ ਆਫ ਯੂਰ ਬਿਜ਼ਨਸ। ਤੁਹਾਡਾ ਬਿਜ਼ਨਸ ਆ, ਤੁਸੀਂ ਕਿੱਥੇ ਹੋ ਤੇ ਕਿੱਥੇ ਪਹੁੰਚਣਾ। ਸਾਡੀਆਂ ਦੁਆਵਾਂ, ਸਾਡਾ ਆਸ਼ੀਰਵਾਦ ਤੁਹਾਡੇ ਨਾਲ ਆ, ਕਿਉਂਕਿ ਤੁਸੀਂ ਯਾਰ ਸਾਡੀ ਤਾਂ ਤੁਸੀਂ ਰੋਜੀ ਰੋਟੀ ਹੋ। ਮੈਂ ਤਾਂ ਤੁਹਾਡੇ ਹੱਕ 'ਚ ਬੋਲਣਾ, ਮੈਂ ਦੂਸਰੇ ਲੋਕਾਂ ਨੂੰ ਵੀ ਇਹ ਕਹਿੰਦਾ ਵੀ ਤੁਹਾਡੇ ਨਾਲ ਉਹ ਹਰ ਸਮਾਂ ਉਹਨਾਂ ਦੀਆਂ ਦੁਆਵਾਂ ਤੁਹਾਡੇ ਨਾਲ ਰਹਿਣ, ਹਰ ਸਮਾਂ ਉਹਨਾਂ ਦੀਆਂ ਦੁਆਵਾਂ ਤੁਹਾਡੇ ਨਾਲ ਰਹਿਣ, ਕਿਉਂਕਿ ਬੜਾ ਵੱਡਾ ਰੈਵਨਿਊ ਜਨਰੇਟ ਕਰਕੇ ਦਿੰਦੇ ਤੁਸੀਂ ਪੰਜਾਬੀਆਂ ਨੂੰ। ਬਾਹਰ ਬੈਠੇ ਸਾਡੇ ਵੀਰ ਟ੍ਰਾਂਜੈਕਸ਼ਨਾਂ ਨੇ 100 ਕਰੋੜ ਦੀ ਟ੍ਰਾਂਜੈਕਸ਼ਨ ਹੈ ਇੱਕ ਮਹੀਨੇ ਦੀ। ਵੈਸਟਰਨ ਯੂਨੀਅਨ, ਮਨੀਗ੍ਰਾਮ ਐਂਡ ਆਲ ਸਾਰੇ ਜਿਹੜੇ ਹੁੰਦੀ ਆ ਉਹ ਉੱਧਰੋਂ ਇੰਡੀਆ ਤੋਂ, ਬਾਹਰੋਂ ਜਿਹੜਾ ਪੈਸਾ ਇੰਡੀਆ ਦੇ ਵਿੱਚ ਆਉਂਦਾ, 100 ਕਰੋੜ ਦੀ ਟ੍ਰਾਂਜੈਕਸ਼ਨ ਇੱਕ ਮਹੀਨੇ ਦੀ। ਪਤਾ ਨਹੀਂ ਹੈ ਲੋਕਾਂ ਨੂੰ ਇਹਨਾਂ ਚੀਜ਼ਾਂ ਬਾਰੇ, ਕਿਉਂਕਿ ਲੋਕ ਇਹਨਾਂ ਚੀਜ਼ਾਂ 'ਤੇ ਵਰਕਆਊਟ ਨਹੀਂ ਕਰਦੇ। ਤੁਸੀਂ ਬਚਾ ਕੇ ਰੱਖਿਆ ਹੋਇਆ ਪੰਜਾਬੀਅਤ ਨੂੰ, ਤੁਸੀਂ ਬਚਾ ਕੇ ਰੱਖਿਆ ਹੋਇਆ ਸਾਨੂੰ, ਤੁਸੀਂ ਬਚਾ ਕੇ ਰੱਖੇ ਹੋਏ ਆ ਸਾਡੇ ਵਰਗੇ ਇਨਸਾਨ ਜਿਹੜੇ ਤੁਹਾਡੇ ਤੋਂ ਰੋਜੀ ਰੋਟੀ ਕਮਾਉਂਦੇ ਨੇ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਕੈਨੇਡਾ ਦੇ 20 ਕੇਸ ਤੇ ਨਿਊਜ਼ੀਲੈਂਡ ਦੇ 2 ਕੇਸ, ਜਿਹਨੇ ਸਹੀ ਤਰੀਕੇ ਨਾਲ ਪੈਸੇ ਕਮਾਉਣੇ ਆ, ਬਰਾਬਰ ਪੈਸੇ ਦੇ ਕੇ ਜਾਂਦੇ ਨੇ। ਹਾਲਾਂਕਿ ਮੈਂ ਤਾਂ ਬਹੁਤ ਨਵਾਂ ਇਸ ਮਾਰਕੀਟ ਦੇ ਵਿੱਚ, ਬੜੇ ਘੱਟ ਕੰਮ ਕੀਤਾ। ਜਿਹੜੇ ਵੀਰਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਨਾ, ਜਿਹੜੇ ਵੀਰਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ, ਉਹਨਾਂ ਤੋਂ ਪੁੱਛੋ। 10 ਨਿਊਜ਼ੀਲੈਂਡ ਦੇ ਕੇਸ ਲਾ ਦੇਵੇ ਨਾ, 10 ਨਿਊਜ਼ੀਲੈਂਡ ਦੇ ਵੀਜ਼ੇ ਨਿਕਲ ਜਾਣ ਤਾਂ ਬੈਂਕ ਭਰ ਜਾਂਦੀ ਆ ਅਗਲੇ ਦੀ। ਸਾਰਾ ਸਾਲ ਕੰਮ ਕਰਨ ਦੀ ਲੋੜ ਨਹੀਂ ਪੈਂਦੀ, ਐਡਾ ਰੈਵਨਿਊ ਆ। ਸੋ ਮੈਂ ਤਾਂ ਹਮੇਸ਼ਾ ਤੁਹਾਡਾ ਰਿਣੀ ਆ, ਤੁਹਾਡੇ ਨਾਲ ਰਹੂੰਗਾ। ਮੇਰੀਆਂ ਦੁਆਵਾਂ ਤੁਹਾਡੇ ਨਾਲ ਆ, ਕਿਉਂਕਿ ਅਸੀਂ ਉਹ ਕੰਮ ਕਰਕੇ ਦੇਖਿਆ। ਮੈਂ 12 ਦੇ ਵਿੱਚ ਕੈਨੇਡਾ ਗਿਆ ਸੀ, 6 ਮਹੀਨੇ ਗਾਰਬੇਜ ਢੋਇਆ, ਹੱਥਾਂ ਨਾਲ ਗੰਦ ਸਾਫ਼ ਕੀਤਾ ਫੈਕਟਰੀਆਂ 'ਚੋਂ। ਫਿਰ ਕੀ ਹੋ ਗਿਆ? ਆਈ ਸ਼ੁਰੂ ਹੁੰਦਾ। ਹਰੇਕ ਮੇਰੇ ਵੀਰ ਨੂੰ, ਹਰੇਕ ਮੇਰੀ ਭੈਣ ਨੂੰ ਇਸੇ ਤਰੀਕੇ ਨਾਲ ਹੀ ਸ਼ੁਰੂ ਕਰਨਾ ਪੈਣਾ। ਤੇ ਕਦੇ ਵੀ ਡਰਿਓ ਨਾ, ਘਬਰਾਇਓ ਨਾ, ਲੋਕਾਂ ਦੀਆਂ ਗੱਲਾਂ ਨਾ ਸੁਣਿਓ। ਮਿਹਨਤ ਕਰਦੇ ਰਹੋ ਡਟ ਕੇ, ਤੁਸੀਂ ਕਾਮਯਾਬ ਹੋਵੋਗੇ, ਕਾਮਯਾਬੀ ਤੁਹਾਡੇ ਪੈਰ ਚੁੰਮੂਗੀ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਜਿਹੜੇ ਵੀਰ ਮੇਰੇ ਕੁਐਸਚਨ ਪੁੱਟ ਕਰ ਰਹੇ ਸੀ, ਪਲੀਜ਼, ਇਸ ਵਕਤ ਤਾਂ ਮੈਨੂੰ ਜਵਾਬ ਦੇਣ ਦਾ ਟਾਈਮ ਨਹੀਂ ਹੁੰਦਾ, ਪਰ ਅਸੀਂ, ਸਾਡੀ ਕੰਪਨੀ, ਸਾਡੇ ਕਾਲਰਸ ਤੁਹਾਨੂੰ ਰੈਗੂਲਰ ਕਾਲ ਕਰਦੇ ਰਹਿਣਗੇ, ਜਿਹੜੇ ਕਾਲ ਸੈਂਟਰ ਵਾਲੇ ਕਰਿੰਦੇ ਨੇ। ਤਾਂ ਮੈਂ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਸਟਾਰਟਿੰਗ ਸੀ, ਬੜਾ ਹੀ ਪੂਰਜੋਰ ਮੰਗ ਸੀ ਇਸ ਚੀਜ਼ ਦੇ ਉੱਤੇ ਲਾਈਵ ਹੋਣ ਦੇ ਲਈ, ਤਾਂ ਕਰਕੇ ਪਹਿਲਾਂ ਆਫਿਸ ਵਿੱਚ ਆਉਣ ਸਾਰ ਇਹੀ ਕੰਮ ਕੀਤਾ, ਕਿਉਂਕਿ ਮੈਂ ਚਾਹੁੰਦਾ ਸੀ ਕਿ ਮੈਂ ਹੌਸਲਾ ਦੇਵਾਂ। ਜਿਹੜੇ ਸਾਡੇ ਵੀਰ 7 ਸਮੁੰਦਰੋਂ ਪਾਰ ਮਿਹਨਤਾਂ ਕਰਦੇ ਨੇ, ਆਪਦੇ ਬੱਚਿਆਂ, ਆਪਦੇ ਮਾਂ-ਪਿਓ ਤੋਂ, ਆਪਦੇ ਭੈਣਾਂ ਭਾਈਆਂ ਤੋਂ, ਆਪਦੇ ਚਾਹੁਣ ਵਾਲਿਆਂ ਤੋਂ ਦੂਰ ਹੋ ਕੇ ਇਕੱਲੇ ਆਪਦਾ ਜੀਵਨ ਸ਼ੁਰੂ ਕਰਦੇ ਨੇ, ਬੜੇ ਹੌਸਲੇ ਵਾਲੇ ਹੋ ਤੁਸੀਂ। ਤੇ ਮੇਰਾ ਹਮੇਸ਼ਾ ਸਲਾਮ ਰਹੂਗਾ ਤੁਹਾਨੂੰ, ਕਿਉਂਕਿ ਤੁਸੀਂ ਹੋ ਤਾਂ ਅਸੀਂ ਹਾਂ। ਇੱਥੇ ਬੈਠ ਕੇ ਅਸੀਂ ਆਪਦੇ ਘਰਾਂ 'ਚ ਬੈਠ ਕੇ ਗੱਲਾਂ ਕਰਦੇ ਹਾਂ, ਕਿਉਂ? ਕਿਉਂਕਿ ਤੁਸੀਂ ਹੋ। ਆਪਦੇ ਘਰਾਂ 'ਚ, ਇੱਥੇ ਘਰਾਂ 'ਚ ਬੈਠ ਕੇ ਅਸੀਂ ਗੱਲਾਂ ਪਤਾ ਕਿਉਂ ਆਉਂਦੀਆਂ ਸਾਨੂੰ? ਆਪਦੇ ਮਾਂ-ਪਿਓ ਕੋਲੇ, ਆਪਦੇ ਪਰਿਵਾਰ ਕੋਲੇ ਬੈਠ ਕੇ, ਕਿਉਂਕਿ ਤੁਹਾਡੇ ਦਿੱਤੇ ਹੋਏ ਪੈਸੇ ਅਸੀਂ ਇੱਥੇ ਅੜਾਉਂਦੇ ਹਾਂ, ਚੰਗੀਆਂ ਮਹਿੰਗੀਆਂ ਗੱਡੀਆਂ, ਸਾਰਾ ਕੁਝ ਰੱਖਦੇ ਹਾਂ, ਉਹ ਤੁਹਾਡੀ ਕਮਾਈ, ਤੁਹਾਡੇ ਕਰਕੇ ਆ। ਚਲੋ ਅਸੀਂ ਆਪਦੇ ਵੱਲੋਂ ਮਹਾਰਾਜ ਦੀ ਬਖਸ਼ੀ ਹੋਈ ਡਿਊਟੀ ਨਿਭਾਉਂਦੇ ਰਹਾਂਗੇ। ਹਰੇਕ ਇਨਸਾਨ ਨੂੰ ਇੱਕ ਡਿਊਟੀ ਬਖਸ਼ੀ ਆ ਮਾਲਕ ਨੇ, ਉਹ ਨਿਭਾਉਂਦਾ, ਤੇ ਅਸੀਂ ਵੀ, ਮੈਂ ਵੀ ਨਿਭਾਉਂਦਾ ਰਹੂੰਗਾ। ਮੇਰੀ ਹਮੇਸ਼ਾ ਤੁਹਾਨੂੰ ਸਲਾਮ ਆ। ਜਿੰਨੀਆਂ ਮੇਰੀਆਂ ਸ਼ੁਭ ਸ਼ਾਮਾਂ ਹਮੇਸ਼ਾ ਤੁਹਾਡੇ ਨਾਲ ਆ। ਜਿਹੜੇ ਬੱਚੇ ਉੱਥੇ ਜਾ ਕੇ ਪਹੁੰਚ ਕੇ ਮਿਹਨਤਾਂ ਕਰਦੇ ਨੇ, ਬੜੀ ਖੁਸ਼ੀ ਹੁੰਦੀ ਆ ਉਹਨਾਂ ਨੂੰ ਮਿਹਨਤਾਂ ਕਰਦੇ, ਤਰੱਕੀਆਂ ਕਰਦੇ ਦੇਖਦਿਆਂ ਨੂੰ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੀ, ਧੰਨਵਾਦ।